Students, welcome. Our today's topic is non-directive counseling, अनिर्देशिक पहुंच. It is also known permissive counseling or client-centered counseling. ਇਹਨੂੰ permissive counseling ਵੀ ਲਿਖਿਆ ਆ ਸਕਦਾ ਹੈ ਜਾਂ ਉਹਨੂੰ client-centered counseling ਵੀ ਆ ਸਕਦਾ. ਕੁਐਸਚਨ ਦੇ ਵਿੱਚ ਵੈਸੇ ਮੇਨ ਤਾਂ non-directive ਹੀ ਲਿਖਿਆ ਹੁੰਦਾ ਹੈ, ਬਟ ਇਹਦੇ ਜਿਹੜੇ ਹੋਰ ਨਾਂ ਨੇ ਉਹ ਇਹ ਨੇ. ਹੁਣ ਜਿਹੜੀ ਇਹ ਕਾਉਂਸਲਿੰਗ ਹੈ ਇਹਦੇ ਚੀਫ ਐਕਸਪੋਨੈਂਟ ਕੌਣ ਨੇ? ਕਾਰਲ ਰੋਜਰਸ. ਮੀਨਸ ਇਹਨੂੰ ਕਿਹਨੇ ਵਿਕਸਿਤ ਕੀਤਾ, ਕਿਹਨੇ ਡਿਵੈਲਪ ਕੀਤਾ? ਕਾਰਲ ਰੋਜਰਸ ਨੇ. ਹੁਣ ਇਸ ਕਾਉਂਸਲਿੰਗ ਦੇ ਵਿੱਚ ਜਿਹੜਾ ਕਾਉਂਸਲੀ ਹੈ ਉਹ ਪ੍ਰਾਇਮਰੀ ਰੋਲ ਪਲੇ ਕਰਦਾ ਹੈ. ਮੀਨਸ ਉਹਨੂੰ ਜਿਹੜੀ ਇੰਪੋਰਟੈਂਸ ਇਹਦੇ ਵਿੱਚ ਦਿੱਤੀ ਜਾਂਦੀ ਹੈ, ਮੇਨ ਇੰਪੋਰਟੈਂਟ ਹੁੰਦਾ ਹੈ ਉਹ. ਮੀਨਸ ਇਨ ਦਿਸ ਕਾਉਂਸਲਿੰਗ ਦ ਕਾਉਂਸਲੀ ਪਲੇਜ਼ ਦ ਪ੍ਰਾਇਮਰੀ ਰੋਲ. ਹੀ ਪਾਰਟੀਸਪੇਟਸ ਐਕਟਿਵਲੀ ਇਨ ਹੋਲ ਪ੍ਰੋਸੈਸ. ਪੂਰਾ ਜਿਹੜਾ ਕਾਉਂਸਲਿੰਗ ਦਾ ਪ੍ਰੋਸੈਸ ਆ ਉਹਦੇ ਵਿੱਚ ਜੋ ਕਾਉਂਸਲੀ ਹੈ ਉਹ ਐਕਟਿਵਲੀ ਜਿਹੜਾ ਆਪਣਾ ਰੋਲ ਆ ਉਹ ਪਲੇ ਕਰਦਾ ਹੈ, ਆਪਣਾ ਉਹ ਪਾਰਟੀਸਪੇਟ ਕਰਦਾ ਹੈ. ਇੰਡੀਪੈਂਡੈਂਸ ਆਫ ਕਲਾਇੰਟ ਇਜ਼ ਮੋਰ ਇੰਪੋਰਟੈਂਟ. ਇਹਦੇ ਵਿੱਚ ਜਿਹੜਾ ਕਲਾਇੰਟ ਹੈ ਉਹਨੂੰ ਜਿਹੜੀ ਆਜ਼ਾਦੀ ਹੈ, ਇੰਡੀਪੈਂਡੈਂਸ ਉਹ ਦਿੱਤੀ ਜਾਂਦੀ ਹੈ ਅਤੇ ਇਹਨੂੰ ਹੀ ਜ਼ਿਆਦਾ ਜਿਹੜਾ ਇੰਪੋਰਟੈਂਟ ਉਹ ਮੰਨਿਆ ਗਿਆ ਕਲਾਇੰਟ ਨੂੰ ਅਤੇ ਕਲਾਇੰਟ ਦੀ ਆਜ਼ਾਦੀ ਨੂੰ. ਨੈਕਸਟ ਹੈ ਇਮੋਸ਼ਨਲ ਆਸਪੈਕਟਸ ਆਰ ਇੰਪੋਰਟੈਂਟ. ਜਿਹੜਾ ਕਲਾਇੰਟ ਹੁੰਦਾ ਜਾਂ ਕਾਉਂਸਲੀ ਹੁੰਦਾ ਹੈ ਉਹਦੇ ਜਿਹੜੇ ਇਮੋਸ਼ਨਲ ਆਸਪੈਕਟਸ ਨੇ, ਉਹਦਾ ਜਿਹੜਾ ਭਾਵਨਾਤਮਕ ਪੱਖ ਹੈ ਉਹਨੂੰ ਵੀ ਜਿਹੜੀ ਇੰਪੋਰਟੈਂਸ ਇਹਦੇ ਵਿੱਚ ਦਿੱਤੀ ਜਾਂਦੀ ਹੈ. ਕ੍ਰੀਏਟਿੰਗ ਆਫ ਗੁੱਡ ਐਟਮੋਸਫੇਅਰ. ਫਿਰ ਜੋ ਨਾਨ ਡਾਇਰੈਕਟਿਵ ਕਾਉਂਸਲਿੰਗ ਹੈ ਇਹਦੇ ਵਿੱਚ ਜਿਹੜਾ ਗੁੱਡ ਐਟਮੋਸਫੇਅਰ ਹੈ ਉਹਨੂੰ ਕ੍ਰੀਏਟ ਕੀਤਾ ਜਾਂਦਾ ਹੈ ਤਾਂ ਜੋ ਜਿਹੜਾ ਕਾਉਂਸਲਰ ਅਤੇ ਕਾਉਂਸਲੀ ਹੈ ਉਹ ਵਧੀਆ ਤਰੀਕੇ ਨਾਲ ਆਪਸ ਦੇ ਜਿਹੜੀ ਗੱਲਬਾਤ ਉਹ ਕਰ ਸਕਣ, ਤਾਂ ਜੋ ਜਿਹੜੀ ਪ੍ਰੋਬਲਮ ਹੈ ਉਹਨੂੰ ਸੌਰਟ ਆਊਟ ਕੀਤਾ ਜਾ ਸਕੇ. ਵੋਲੰਟਰੀ ਚੋਇਸ ਆਫ ਗੋਲਸ. ਹੁਣ ਜੋ ਕਾਉਂਸਲੀ ਹੁੰਦਾ ਹੈ ਉਹਨੂੰ ਇਹਦੇ ਵਿੱਚ ਚੋਇਸ ਹੁੰਦੀ ਹੈ, ਇੱਛਾ ਹੁੰਦੀ ਹੈ ਉਹਦੀ ਕਿ ਉਹ ਆਪਣੇ ਜਿਹੜੇ ਗੋਲਸ ਨੇ ਉਹਨਾਂ ਨੂੰ ਖੁਦ ਸੈੱਟ ਕਰ ਸਕਦਾ ਹੈ, ਖੁਦ ਉਹਨਾਂ ਨੂੰ ਚੂਜ਼ ਕਰ ਸਕਦਾ ਹੈ. ਡਿਵੈਲਪਮੈਂਟ ਆਫ ਸੈਲਫ ਕੌਨਸ਼ੀਅਸਨੈਸ. ਹੁਣ ਜਿਹੜੀ ਇਹ ਨਾਨ ਡਾਇਰੈਕਟਿਵ ਕਾਉਂਸਲਿੰਗ ਹੈ ਇਹਦੇ ਵਿੱਚ ਜਿਹੜੀ ਸੈਲਫ ਕੌਨਸ਼ੀਅਸਨੈਸ ਹੈ ਮੀਨਸ ਸਵੈ ਚੇਤਨਾ ਉਹਦਾ ਵਿਕਾਸ ਹੁੰਦਾ ਹੈ. ਮੀਨਸ ਆਪਣੇ ਆਪ ਬਾਰੇ ਚੇਤਨਾ. ਡਿਵੈਲਪਮੈਂਟ ਆਫ ਕੈਪੇਬਿਲਿਟੀਜ਼ ਐਂਡ ਐਬਿਲਿਟੀਜ਼. ਨੈਕਸਟ ਇਹਦੇ ਵਿੱਚ ਜਿਹੜੀਆਂ ਕਲਾਇੰਟ ਦੀਆਂ ਜਾਂ ਕਾਉਂਸਲੀ ਦੀਆਂ ਕੈਪੇਬਿਲਿਟੀਜ਼ ਨੇ ਅਤੇ ਐਬਿਲਿਟੀਜ਼ ਨੇ ਉਹਨਾਂ ਦੀ ਡਿਵੈਲਪਮੈਂਟ ਵੀ ਕੀਤੀ ਜਾਂਦੀ ਹੈ. ਐਵਰੀ ਮੈਨ ਔਰ ਇੰਡੀਵਿਜੂਅਲ ਇਜ਼ ਕੰਪਲੀਟ ਯੂਨਿਟ. ਨਾਨ ਡਾਇਰੈਕਟਿਵ ਕਾਉਂਸਲਿੰਗ ਦੇ ਵਿੱਚ ਹਰੇਕ ਇੰਡੀਵਿਜੂਅਲ ਨੂੰ ਇੱਕ ਜਿਹੜਾ ਕੰਪਲੀਟ ਯੂਨਿਟ ਹੈ ਉਹਦੇ ਤੌਰ 'ਤੇ ਇਹਦੇ ਵਿੱਚ ਦੇਖਿਆ ਜਾਂਦਾ ਹੈ. ਕੰਪਲੀਟ ਯੂਨਿਟ ਮੀਨਸ ਇੱਕ ਸੰਪੂਰਨ ਇਕਾਈ ਦੇ ਰੂਪ ਦੇ ਵਿੱਚ. ਨੈਕਸਟ ਹੈ ਸੈਲਫ ਕੰਪਲੀਟਨੈਸ. ਨਾਨ ਡਾਇਰੈਕਟਿਵ ਕਾਉਂਸਲਿੰਗ ਦੇ ਵਿੱਚ ਜਿਹੜਾ ਇੱਕ ਵਿਅਕਤੀ ਹੈ ਉਹਨੂੰ ਸੈਲਫ ਕੰਪਲੀਟਨੈਸ ਮਹਿਸੂਸ ਹੁੰਦੀ ਹੈ. ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਸੰਪੂਰਨ ਕਹਿ ਲਓ ਮੀਨਸ ਆਪਣੇ ਆਪ ਦੇ ਵਿੱਚ ਜਿਹੜਾ ਕੰਪਲੀਟਨੈਸ ਹੈ ਉਹ ਇਹਦੇ ਵਿੱਚ ਲੈ ਕੇ ਆਉਂਦੀ ਹੈ. ਸੈਲਫ ਕਨਸੈਪਟ ਡਿਵੈਲਪਮੈਂਟ. ਫਿਰ ਨਾਨ ਡਾਇਰੈਕਟਿਵ ਕਾਉਂਸਲਿੰਗ ਦੇ ਵਿੱਚ ਜਿਹੜਾ ਕਾਉਂਸਲੀ ਹੈ ਉਹਦੇ ਵਿੱਚ ਜੋ ਸੈਲਫ ਕਨਸੈਪਟ ਹੈ ਮੀਨਸ ਆਪਣੇ ਆਪ ਬਾਰੇ ਜੋ ਸੰਕਲਪ ਹੈ, ਸਵੈ ਸੰਕਲਪ, ਉਹਦੇ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਹੁੰਦੀ ਹੈ. ਨਾਓ ਸਟੈਪਸ ਆਫ ਨਾਨ ਡਾਇਰੈਕਟਿਵ ਕਾਉਂਸਲਿੰਗ. ਨਾਨ ਡਾਇਰੈਕਟਿਵ ਕਾਉਂਸਲਿੰਗ ਦੇ ਕਿਹੜੇ ਕਿਹੜੇ ਸਟੈਪਸ ਨੇ, ਕਿਹੜੇ ਪੜਾਅ ਨੇ, ਮੀਨਸ ਕਿਵੇਂ ਇਹਨੂੰ ਕੰਪਲੀਟ ਕੀਤਾ ਜਾਂਦਾ ਹੈ. ਫਸਟ ਹੈ ਸੀਕਿੰਗ ਹੈਲਪ. ਸਹਾਇਤਾ ਦੀ ਲੋੜ. ਹੁਣ ਜਿਹੜਾ ਕਾਉਂਸਲੀ ਹੁੰਦਾ ਹੈ ਉਹਨੂੰ ਜਦੋਂ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਕਾਉਂਸਲਰ ਦੇ ਕੋਲ ਆਉਂਦਾ ਹੈ ਅਤੇ ਜਿਹੜਾ ਕਾਉਂਸਲਰ ਹੈ ਉਹ ਕਾਉਂਸਲੀ ਨੂੰ ਮਜਬੂਰ ਨਹੀਂ ਕਰ ਸਕਦਾ ਅਤੇ ਕਿਉਂਕਿ ਸਲਾਹ ਮੰਨਣੀ ਨਾ ਮੰਨਣੀ ਕਾਉਂਸਲੀ ਦੇ ਉੱਪਰ ਡਿਪੈਂਡ ਕਰਦਾ ਹੈ, ਬਟ ਜੇਕਰ ਉਹਨੂੰ ਜ਼ਰੂਰਤ ਹੈ ਉਹ ਤਾਂ ਹੀ ਆਉਂਦਾ ਹੈ. ਨੈਕਸਟ ਸੈਕਿੰਡ ਹੈ ਡਿਫਾਈਨਿੰਗ ਦਾ ਸਿਚੁਏਸ਼ਨ. ਫਿਰ ਜਿਹੜੀ ਵੀ ਸਿਚੁਏਸ਼ਨ ਹੈ ਮੀਨਸ ਜੋ ਪ੍ਰੋਬਲਮ ਹੈ ਉਹਨੂੰ ਇਹਦੇ ਵਿੱਚ ਡਿਫਾਈਨ ਕੀਤਾ ਜਾਂਦਾ ਹੈ. ਕੌਣ ਦੱਸਦਾ ਹੈ? ਜਿਹੜਾ ਕਾਉਂਸਲਰ ਹੈ ਉਹ ਆਪਣੀ ਪ੍ਰੋਬਲਮ ਨੂੰ ਡਿਫਾਈਨ ਕਰਦਾ ਹੈ ਅਤੇ ਕਾਉਂਸਲਰ ਉਹਨੂੰ ਅੱਗੋਂ ਮੋਟੀਵੇਟ ਕਰਦਾ ਹੈ ਤਾਂ ਜੋ ਜਿਹੜੀ ਸਿਚੁਏਸ਼ਨ ਹੈ ਜਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਸਹੀ ਤਰੀਕੇ ਨਾਲ ਉਹ ਕਲੀਅਰ ਹੋ ਸਕੇ. ਨੈਕਸਟ ਹੈ ਫਰੈਂਡਲੀ ਐਟੀਟਿਊਡ. ਫਿਰ ਜਿਹੜਾ ਕਾਉਂਸਲਰ ਅਤੇ ਕਾਉਂਸਲੀ ਹੈ ਉਹ ਆਪਸ ਦੇ ਵਿੱਚ ਜਿਹੜਾ ਆਪਣਾ ਐਟੀਟਿਊਡ ਹੈ ਉਹ ਫਰੈਂਡਲੀ ਰੱਖਦੇ ਆ. ਕਿਉਂ ਫਰੈਂਡਲੀ ਰੱਖਣ ਦੇ ਨਾਲ ਕੀ ਹੁੰਦਾ ਹੈ ਤਾਂ ਜੋ ਜਿਹੜਾ ਕਾਉਂਸਲੀ ਆ ਉਹਦੀ ਪ੍ਰੋਬਲਮ ਨੂੰ ਸਹੀ ਤਰੀਕੇ ਨਾਲ ਸਮਝਿਆ ਜਾ ਸਕੇ ਅਤੇ ਤਾਂ ਜੋ ਉਹਨੂੰ ਸਹੀ ਜਿਹੜੀ ਐਡਵਾਈਸ ਆ ਉਹ ਦਿੱਤੀ ਜਾ ਸਕੇ. ਅਤੇ ਜਦੋਂ ਫਰੈਂਡਲੀ ਐਟੀਟਿਊਡ ਰੱਖੇਗਾ ਕਾਉਂਸਲਰ ਕਾਉਂਸਲੀ ਦੇ ਪ੍ਰਤੀ ਤਾਂ
ਜਿਹੜਾ ਸਲਾਹ ਲੈਣ ਵਾਲਾ ਵਿਅਕਤੀ ਹੈ, ਜੋ ਕਲਾਇੰਟ ਹੈ, ਉਹ ਆਪਣੀਆਂ ਸਾਰੀਆਂ ਜਿੰਨੀਆਂ ਗੱਲਾਂ ਹੋਣਗੀਆਂ, ਭਾਵੇਂ ਪਰਸਨਲ ਨੇ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਨੇ, ਉਹ ਖੁੱਲ੍ਹੀ ਸੋਚ ਦੇ ਅਕੋਰਡਿੰਗ ਕਾਉਂਸਲਰ ਦੇ ਸਾਹਮਣੇ ਰੱਖੇਗਾ। ਨੈਕਸਟ ਹੈ ਅੰਡਰਸਟੈਂਡਿੰਗ ਦਾ ਫੀਲਿੰਗਸ, ਭਾਵਨਾਵਾਂ ਨੂੰ ਸਮਝਣਾ। ਹੁਣ ਜਿਹੜਾ ਕਾਉਂਸਲਰ ਹੈ ਉਹ ਕਾਉਂਸਲੀ ਦੀਆਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ ਅੰਡਰਸਟੈਂਡ ਕਰਦਾ ਹੈ। ਅੰਡਰਸਟੈਂਡਿੰਗ ਜ਼ਰੂਰੀ ਹੈ, ਉਹਦੇ ਨਾਲ ਹਮਦਰਦੀ ਜਤਾਉਣੀ ਜ਼ਰੂਰੀ ਹੈ, ਕਿਉਂਕਿ ਤਾਂ ਹੀ ਉਹ ਸਹੀ ਤਰੀਕੇ ਨਾਲ ਆਪਣੇ ਜਿਹੜੇ ਵਿਊਜ਼ ਨੇ ਉਹ ਕਾਉਂਸਲਰ ਦੇ ਨਾਲ ਸ਼ੇਅਰ ਕਰੇਗਾ। ਅਤੇ ਇਹਦੇ ਨਾਲ ਜਿਹੜਾ ਕਾਉਂਸਲੀ ਹੈ ਉਹਦੇ ਬਾਰੇ ਕਾਉਂਸਲਰ ਨੂੰ ਜਿਹੜੀ ਕੰਪਲੀਟ ਇਨਫੋਰਮੇਸ਼ਨ ਹੈ ਉਹ ਮਿਲੇਗੀ। ਨੈਕਸਟ ਹੈ ਅਸੈਪਟੈਂਸ। ਹੁਣ ਜਿਹੜਾ ਕਾਉਂਸਲੀ ਹੈ ਜਦੋਂ ਕਾਉਂਸਲਰ ਦੇ ਨਾਲ ਗੱਲਾਂ ਕਰਦਾ ਹੈ ਤਾਂ ਉਹਦੇ ਵਿੱਚ ਕੁਛ ਨੈਗੇਟਿਵ ਵੀ ਹੁੰਦੀਆਂ ਨੇ ਅਤੇ ਪੋਜ਼ੀਟਿਵ ਫੀਲਿੰਗਸ ਵੀ ਹੁੰਦੀਆਂ ਨੇ। ਤਾਂ ਜਿਹੜਾ ਕਾਉਂਸਲਰ ਹੈ ਉਹਨੇ ਦੋਨੇ ਤਰ੍ਹਾਂ ਦੀਆਂ ਫੀਲਿੰਗਸ ਨੂੰ ਅਸੈਪਟ ਕਰਨਾ ਹੁੰਦਾ ਹੈ। ਮੀਨਜ਼ ਰਿਣਾਤਮਕ ਅਤੇ ਜਿਹੜੀਆਂ ਧਨਾਤਮਕ ਭਾਵਨਾਵਾਂ ਨੇ ਕਾਉਂਸਲਿੰਗ 'ਤੇ ਉਹ ਤਾਂ ਦੱਸਣੀ ਹੁੰਦੀ ਹੈ, ਬਟ ਜਿਹੜਾ ਕਾਉਂਸਲਰ ਹੈ ਉਹਨੇ ਉਹਨੂੰ ਅਸੈਪਟ ਕਰਨਾ ਹੁੰਦਾ ਹੈ। ਅਤੇ ਕਿਉਂਕਿ ਇਹ ਨਹੀਂ ਹੈ ਵੀ ਸਾਰੀਆਂ ਗੱਲਾਂ ਪੋਜ਼ੀਟਿਵ ਹੀ ਕਰੀ ਜਾਏਗਾ, ਕੁਛ ਨੈਗੇਟਿਵ ਵੀ ਹੋਣਗੀਆਂ। ਇਸ ਕਰਕੇ ਜਿਹੜਾ ਕਾਉਂਸਲਰ ਹੈ ਉਹਨੇ ਉਹਨੂੰ ਸਹੀ ਤਰੀਕੇ ਨਾਲ ਅਸੈਪਟ ਕਰਨਾ ਹੈ, ਉਹਨੂੰ ਹੌਸਲਾ ਦੇਣਾ ਹੈ ਤਾਂ ਜੋ ਆਪਣੀ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਬਿਨਾਂ ਕਿਸੇ ਪ੍ਰੋਬਲਮ ਦੇ ਸ਼ੇਅਰ ਕਰ ਸਕੇ। ਨੈਕਸਟ ਹੈ ਡਿਵੈਲਪਮੈਂਟ ਆਫ ਇਨਸਾਈਟ, ਅੰਤਰਦ੍ਰਿਸ਼ਟੀ ਦਾ ਵਿਕਾਸ। ਹੁਣ ਜਿਹੜਾ ਕਾਉਂਸਲਰ ਹੈ ਉਹ ਕਾਉਂਸਲੀ ਦੀਆਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਉਹਨੂੰ ਜੋ ਉਹ ਨੈਗੇਟਿਵ ਫੀਲਿੰਗਸ ਦੱਸ ਰਿਹਾ ਉਹਨਾਂ ਤੋਂ ਉਹਨੂੰ ਪੋਜ਼ੀਟਿਵ ਵੱਲ ਲੈ ਕੇ ਜਾਂਦਾ ਹੈ। ਅਤੇ ਜਿਹੜਾ ਕਾਉਂਸਲੀ ਹੈ ਉਹਦੇ ਅੰਦਰ ਸਮੱਸਿਆ ਹੱਲ ਕਰਨ ਦੇ ਲਈ ਜਿਹੜੀ ਇਨਸਾਈਟ ਹੈ, ਮੀਨਜ਼ ਜਿਹੜੀ ਸੂਝ ਹੈ, ਅੰਤਰਦ੍ਰਿਸ਼ਟੀ ਹੈ, ਉਹ ਡਿਵੈਲਪ ਕੀਤੀ ਜਾਂਦੀ ਹੈ। ਪੁੱਟ ਇਨਸਾਈਟ ਇਨਟੂ ਐਕਸ਼ਨ। ਫਿਰ ਜਿਹੜੀ ਅੰਤਰਦ੍ਰਿਸ਼ਟੀ ਜਾਂ ਜਿਹੜੀ ਇਨਸਾਈਟ ਹੈ ਅਸੀਂ ਉਹਦੇ ਵਿੱਚ ਡਿਵੈਲਪ ਕੀਤੀ ਹੈ, ਉਹਨੂੰ ਅਸੀਂ ਨੇ ਐਕਸ਼ਨ ਦੇ ਵਿੱਚ ਲੈ ਕੇ ਆਉਣਾ ਹੈ, ਕਿਰਿਆ ਦੇ ਵਿੱਚ ਲੈ ਕੇ ਆਉਣਾ ਹੈ। ਭਾਵ ਕਿ ਜਿਹੜਾ ਕਾਉਂਸਲੀ ਹੈ ਉਹਨੂੰ ਆਪਣੀ ਸਮੱਸਿਆ ਦਾ ਹੱਲ ਲੱਭਣ ਦੇ ਵਿੱਚ ਇੱਥੇ ਜਿਹੜੀ ਸਹਾਇਤਾ ਹੈ ਉਹ ਉਹਨੂੰ ਪ੍ਰਦਾਨ ਕੀਤੀ ਜਾਂਦੀ ਹੈ। ਨੈਕਸਟ ਹੈ ਪੋਜ਼ੀਟਿਵ ਸਟੈਪਸ। ਫਿਰ ਜਿਹੜਾ ਕਾਉਂਸਲੀ ਹੈ ਉਹਨੂੰ ਹਰ ਤਰ੍ਹਾਂ ਦੀ ਹੈਲਪ ਪ੍ਰੋਵਾਈਡ ਕਰਨ ਦੇ ਲਈ, ਉਹਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਜਿਹੜੇ ਪੋਜ਼ੀਟਿਵ ਸਟੈਪਸ ਨੇ ਉਠਾਏ ਜਾਂਦੇ ਨੇ। ਮੀਨਸ ਕਿ ਉਹਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਇਹ ਜਿਹੜੇ ਗਾਈਡਲਾਈਨਸ ਜੋ ਵੀ ਦਿੱਤੀਆਂ ਜਾਂਦੀਆਂ ਨੇ, ਜੋ ਵੀ ਐਡਵਾਈਸ ਦਿੱਤੀ ਜਾਂਦੀ ਹੈ ਕਿ ਤੁਸੀਂ ਉਹਨੂੰ ਫੋਲੋ ਕਰਨਾ ਹੈ। ਨੈਕਸਟ ਹੈ ਐਂਡ ਆਫ ਕਾਉਂਸਲਿੰਗ। ਇਹ ਬਿਲਕੁਲ ਲਾਸਟ ਸਟੈਪ ਹੈ। ਇਹਦੇ ਵਿੱਚ ਜੋ ਕਾਉਂਸਲਿੰਗ, ਜੋ ਸਲਾਹਕਾਰੀ ਦੇਣ ਦੇ ਲਈ ਇਹ ਸਾਰਾ ਪ੍ਰੋਸੈਸ ਕੀਤਾ ਜਾਂਦਾ ਹੈ, ਇਹ ਇਹਦਾ ਐਂਡ ਹੈ। ਮੀਨਜ਼ ਇੱਥੇ ਨੂੰ ਖ਼ਤਮ ਕੀਤਾ ਜਾਂਦਾ ਹੈ। ਇੱਥੇ ਇਹ ਮਹਿਸੂਸ ਕੀਤਾ ਜਾਂਦਾ ਕਿ ਜਿਹੜਾ ਕਾਉਂਸਲੀ ਹੈ ਉਹ ਹੁਣ ਸੈਟਿਸਫਾਈਡ ਹੋ ਚੁੱਕਿਆ, ਉਹਦੀ ਜਿਹੜੀ ਨੀਡ ਸੀ ਜਿਹਦੇ ਬੇਸ 'ਤੇ ਉਹ ਕਾਉਂਸਲਰ ਦੇ ਕੋਲ ਆਇਆ ਸੀ ਉਹ ਹੁਣ ਪੂਰੀ ਹੋ ਚੁੱਕੀ ਹੈ ਅਤੇ ਇਹਦੇ ਨਾਲ ਜਿਹੜਾ ਕਾਉਂਸਲਿੰਗ ਪ੍ਰੋਸੈਸ ਹੈ ਉਹ ਆਪਣੇ ਲਾਸਟ ਸਟੈਪ ਦੇ ਉੱਪਰ ਪਹੁੰਚ ਜਾਂਦਾ ਹੈ। ਨੈਕਸਟ ਹੁਣ ਅਸੀਂ ਗੱਲ ਕਰਾਂਗੇ ਕਿ ਜੋ ਨਾਨ ਡਾਇਰੈਕਟਿਵ ਕਾਉਂਸਲਿੰਗ ਹੈ ਉਹਦੇ ਕਿਹੜੇ ਕਿਹੜੇ ਐਡਵਾਂਟੇਜਸ ਨੇ। ਫਸਟ ਹੈ ਕਾਉਂਸਲੀ ਸੈਂਟਰਡ ਪ੍ਰੋਸੈਸ। ਪਹਿਲਾ ਇਹਦਾ ਲਾਭ ਇਹ ਹੈ ਕਿ ਇਹਦੇ ਵਿੱਚ ਜਿਹੜਾ ਕਾਉਂਸਲੀ ਹੈ, ਮੀਨਜ਼ ਜੋ ਕਲਾਇੰਟ ਹੈ, ਸਲਾਹ ਲੈਣ ਵਾਲਾ ਹੈ, ਉਹਨੂੰ ਕੇਂਦਰ ਬਿੰਦੂ ਮੰਨ ਕੇ ਹੀ ਜਿਹੜਾ ਪ੍ਰੋਸੈਸ ਹੈ ਉਹਨੂੰ ਕੰਪਲੀਟ ਕੀਤਾ ਜਾਂਦਾ ਹੈ, ਕਿਉਂਕਿ ਜਿਹੜੀ ਸਾਰੀ ਪ੍ਰੋਬਲਮ ਹੈ ਕਾਉਂਸਲੀ ਦੇ ਨਾਲ ਹੀ ਰਿਲੇਟਡ ਹੁੰਦੀ ਹੈ। ਇਸ ਕਰਕੇ ਉਹਨੂੰ ਇੱਥੇ ਸੈਂਟਰ ਪੁਆਇੰਟ ਮੰਨਿਆ ਜਾਂਦਾ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਇਨਸਾਈਟ। ਅਗਲਾ ਲਾਭ ਇਹ ਹੈ ਕਿ ਜਿਹੜਾ ਕਲਾਇੰਟ ਆਉਂਦਾ ਹੈ ਉਹਦੇ ਵਿੱਚ ਜਿਹੜੀ ਇਨਸਾਈਟ ਹੈ ਉਹ ਡਿਵੈਲਪ ਕੀਤੀ ਜਾਂਦੀ ਹੈ। ਮੀਨਸ ਅੰਤਰਦ੍ਰਿਸ਼ਟੀ ਦਾ ਵਿਕਾਸ ਕੀਤਾ ਜਾਂਦਾ ਹੈ, ਜਿਹਦੇ ਬੇਸ 'ਤੇ ਖੁਦ ਉਹ ਆਪਣਾ ਜਿਹੜਾ ਡਿਸੀਜ਼ਨ ਆ ਉਹ ਲੈ ਸਕਦਾ ਹੈ। ਸਲੋ ਬਟ ਸ਼ੋਰ ਪ੍ਰੋਸੈਸ। ਹੁਣ ਜਿਹੜਾ ਨਾਨ ਡਾਇਰੈਕਟਿਵ ਕਾਉਂਸਲਿੰਗ ਹੈ ਇਹਦਾ ਪ੍ਰੋਸੈਸ ਸਲੋ ਤਾਂ ਹੈ, ਬਟ ਇਹ ਸ਼ੋਰ ਕਰਦਾ ਹੈ ਕਿ ਜੋ ਕਾਉਂਸਲੀ ਹੈ ਉਹਦੀ ਜਿਹੜੀ ਪ੍ਰੋਬਲਮ ਹੈ ਉਹਦਾ ਸਹੀ ਹੱਲ ਲੱਭ ਲਿਆ ਜਾਂਦਾ ਹੈ। ਨੋ ਟੈਸਟਸ ਆਰ ਯੂਜ਼ਡ। ਹੁਣ ਇਹਦੇ ਵਿੱਚ ਕੋਈ ਵੀ ਟੈਸਟ ਅਤੇ ਜਿਹੜੀਆਂ ਹੋਰ ਟੈਕਨੀਕਸ ਨੇ ਉਹਨਾਂ ਨੂੰ ਯੂਜ਼ ਨਹੀਂ ਕੀਤਾ ਜਾਂਦਾ। ਮੀਨਸ ਕਾਉਂਸਲੀ ਦੇ ਉੱਪਰ ਇਹਨਾਂ ਨੂੰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਨੈਕਸਟ ਹੈ ਰਿਡਿਊਸਸ ਟੈਨਸ਼ਨ। ਅਗਲਾ ਲਾਭ ਇਹਦਾ ਇਹ ਹੈ ਕਿ ਇਹ ਜਿਹੜਾ ਕਾਉਂਸਲੀ ਹੁੰਦਾ ਹੈ ਉਹਦੀ ਟੈਨਸ਼ਨ ਨੂੰ ਇਹਦੇ ਵਿੱਚ ਘੱਟ ਕੀਤਾ ਜਾਂਦਾ ਹੈ, ਕਿਉਂਕਿ ਉਹਨੂੰ ਐਨਕਰੇਜ ਕੀਤਾ ਜਾਂਦਾ ਹੈ, ਉਹਦੇ ਨੈਗੇਟਿਵ ਅਤੇ ਪੋਜ਼ੀਟਿਵ ਫੀਲਿੰਗਸ ਨੂੰ ਅਸੈਪਟ ਕੀਤਾ ਜਾਂਦਾ ਹੈ ਅਤੇ ਉਹਦੇ ਅਕੋਰਡਿੰਗ ਜਿਹੜੀ ਉਹਦੀ ਟੈਨਸ਼ਨ ਹੈ ਉਹ ਘੱਟਦੀ ਰਹਿੰਦੀ ਹੈ। ਨੈਕਸਟ ਹੈ ਹੈਲਪਫੁਲ ਟੂ ਫਾਈਂਡ ਸਲਿਊਸ਼ਨ ਆਫ ਇਮੋਸ਼ਨਲ ਪ੍ਰੋਬਲਮਸ। ਫਿਰ ਜਿਹੜੀ ਨਾਨ ਡਾਇਰੈਕਟਿਵ ਟੈਕਨੀਕ ਹੈ ਇਹ ਕਾਉਂਸਲੀ ਦੀਆਂ ਜਿਹੜੀਆਂ ਇਮੋਸ਼ਨਲ ਪ੍ਰੋਬਲਮਸ ਨੇ ਉਹਨਾਂ ਦਾ ਸਲਿਊਸ਼ਨ ਲੱਭਣ ਦੇ ਵਿੱਚ ਵੀ ਹੈਲਪ ਕਰਦੀ ਹੈ, ਕਿਉਂਕਿ ਜਿਹੜਾ ਕਾਉਂਸਲੀ ਹੈ ਉਹਦੀਆਂ ਇਮੋਸ਼ਨਲ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਹੋ ਸਕਦਾ ਜਿਹੜੀ ਮੇਨ ਪ੍ਰੋਬਲਮ ਹੈ ਉਹਦੇ ਨਾਲੋਂ ਵੀ ਜਿਹੜੀ ਵੱਡੀ ਪ੍ਰੋਬਲਮ ਉਹਦੇ ਇਮੋਸ਼ਨਸ ਦੇ ਨਾਲ ਸੰਬੰਧਿਤ ਹੋਵੇ। ਨੈਕਸਟ ਹੈ ਡਿਵੈਲਪਮੈਂਟ ਆਫ ਐਬਿਲਿਟੀਜ਼। ਅਗਲਾ ਜਿਹੜਾ ਲਾਭ ਇਹ ਹੈ ਨਾਨ ਡਾਇਰੈਕਟਿਵ ਕਾਉਂਸਲਿੰਗ ਦਾ ਕਿ ਇਹ ਉਸ ਵਿਅਕਤੀ ਦੇ ਵਿੱਚ ਐਬਿਲਿਟੀਜ਼ ਮੀਨਜ਼ ਉਹਦੀਆਂ ਜਿਹੜੀ ਯੋਗਤਾਵਾਂ ਨੇ ਉਹਨਾਂ ਨੂੰ ਡਿਵੈਲਪ ਕਰਦੀ ਹੈ,
ਜਿਹਦੇ ਨਾਲ ਜਿਹੜਾ ਉਹ ਵਿਅਕਤੀ ਆ ਫਿਊਚਰ ਦੇ ਵਿੱਚ ਵੀ ਵਧੀਆ ਡਿਸੀਜ਼ਨ ਲੈਣ ਦੇ ਯੋਗ ਹੋ ਸਕਦਾ ਹੈ। ਐਮਫੈਸਿਸ ਔਨ ਫਰੀਡਮ ਆਫ ਕਾਉਂਸਲੀ, ਹੁਣ ਇਹਦੇ ਵਿੱਚ ਜਿਹੜਾ ਫਰੀਡਮ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ, ਕਾਉਂਸਲੀ ਦੀ ਫਰੀਡਮ ਦੇ ਉੱਪਰ, ਮੀਨਜ਼ ਜੋ ਸਲਾਹ ਲੈਣ ਦੇ ਲਈ ਆਇਆ ਹੈ ਉਸ ਵਿਅਕਤੀ ਦੀ ਆਜ਼ਾਦੀ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਉਹਨੂੰ ਪੂਰੀ ਤਰ੍ਹਾਂ ਆਜ਼ਾਦੀ ਦਿੱਤੀ ਜਾਂਦੀ ਹੈ ਤਾਂ ਜੋ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਉਹ ਸਹੀ ਤਰੀਕੇ ਨਾਲ ਸ਼ੇਅਰ ਕਰ ਸਕੇ। ਨਾਓ ਡੀਮੈਰਿਟਸ ਔਰ ਲਿਮਿਟੇਸ਼ਨਸ ਆਫ ਨਾਨ ਡਾਇਰੈਕਟਿਵ ਕਾਉਂਸਲਿੰਗ। ਫਸਟ ਹੈ ਟਾਈਮ ਕੰਜ਼ਿਊਮਿੰਗ ਪ੍ਰੋਸੈਸ। ਸਭ ਤੋਂ ਪਹਿਲਾਂ ਹੈ ਕਿ ਇਹ ਔਗੁਣ ਹੈ ਇਹਦੇ ਵਿੱਚ ਕਿ ਇਹਦੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ, ਕਿਉਂਕਿ ਇੰਨਾ ਟਾਈਮ ਲੱਗਣ ਦੇ ਨਾਲ ਹੋ ਸਕਦਾ ਜਿਹੜਾ ਕਾਉਂਸਲੀ ਉਹਦੇ ਜਿਹੜੇ ਪ੍ਰੋਬਲਮਸ ਨੇ ਹੋਰ ਵੀ ਵੱਧ ਜਾਣ। ਨੈਕਸਟ ਹੈ ਕਾਉਂਸਲਰਸ ਪੈਸਿਵ ਰੋਲ। ਹੁਣ ਜਿਹੜਾ ਕਾਉਂਸਲਰ ਹੈ ਇਹਦੇ ਵਿੱਚ ਪੈਸਿਵ ਰੋਲ ਪਲੇ ਕਰਦਾ ਹੈ, ਇਕੱਲਾ ਜਿਹੜਾ ਕਾਉਂਸਲੀ ਉਹ ਐਕਟਿਵ ਰੋਲ ਪਲੇ ਕਰਦਾ ਹੈ, ਜਦ ਕਿ ਜਿਹਨੂੰ ਸਲਾਹ ਦੀ ਜ਼ਰੂਰਤ ਹੈ ਉਹਨੂੰ ਸਾਹਮਣੇ ਸਲਾਹ ਦੇਣ ਵਾਲਾ ਵਿਅਕਤੀ ਵੀ ਐਕਟਿਵ ਚਾਹੀਦਾ ਹੁੰਦਾ ਹੈ। ਸਟੂਡੈਂਟਸ ਆਰ ਨਾਟ ਟੂ ਮੈਚਿਓਰ। ਹੁਣ ਜੇਕਰ ਅਸੀਂ ਇਹ ਬੱਚਿਆਂ ਦੇ ਉੱਪਰ ਅਪਲਾਈ ਕਰਦੇ ਹਾਂ, ਨਾਨ ਡਾਇਰੈਕਟਿਵ ਜਿਹੜੀ ਕਾਉਂਸਲਿੰਗ ਆ ਉਹਨਾਂ 'ਤੇ ਯੂਜ਼ ਕਰਦੇ ਹਾਂ, ਤਾਂ ਉਹ ਇੰਨੇ ਮੈਚਿਓਰ ਨਹੀਂ ਹੁੰਦੇ, ਇੰਨੇ ਵੱਡੇ ਨਹੀਂ ਹੁੰਦੇ ਕਿ ਉਹ ਆਪਣੇ ਜਿਹੜੇ ਡਿਸੀਜ਼ਨ ਨੇ ਖੁਦ ਲੈ ਸਕਣ। ਓਨਲੀ ਸੋਲਿਊਸ਼ਨ ਆਫ ਇਮੋਸ਼ਨਲ ਪ੍ਰੋਬਲਮਸ। ਅਗਲਾ ਇਹਦੇ 'ਚ ਡੀਮੈਰਿਟ ਇਹ ਹੈ ਕਿ ਸਿਰਫ ਜਿਹੜੀਆਂ ਇਮੋਸ਼ਨਲ ਪ੍ਰੋਬਲਮਸ ਨੇ ਉਹਨਾਂ ਦਾ ਹੀ ਸੋਲਿਊਸ਼ਨ ਲੱਭਦੀ ਹੈ, ਹੋਰ ਜਿਹੜੀਆਂ ਪ੍ਰੋਬਲਮਸ ਨੇ ਉਹ ਇਹਦੇ ਵਿੱਚ ਨਹੀਂ ਦੇਖੀਆਂ ਜਾਂਦੀਆਂ। ਨੋ ਹੋਪ ਫॉर ਬੈਟਰ ਰਿਜ਼ਲਟਸ। ਫਿਰ ਕਈ ਵਾਰ ਇਹ ਵੀ ਹੁੰਦਾ ਕਿ ਜੋ ਕਾਉਂਸਲਰ ਕਾਉਂਸਲੀ ਨੂੰ ਐਡਵਾਈਸ ਦਿੰਦਾ ਏ ਜਾਂ ਉਹਨੂੰ ਉਸ ਸਟੈਪ 'ਤੇ ਲੈ ਕੇ ਜਾਂਦਾ ਕਿ ਖੁਦ ਆਪਣਾ ਜਿਹੜਾ ਡਿਸੀਜ਼ਨ ਉਹ ਲੈ ਸਕੇ, ਤਾਂ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਉਸ ਤੋਂ ਬਾਅਦ ਰਿਜ਼ਲਟਸ ਨੇ ਉਹ ਸਾਨੂੰ ਬੈਟਰ ਹੀ ਮਿਲਣ। ਡੀਅਰ ਸਟੂਡੈਂਟਸ, ਇਹ ਸੀ ਨਾਨ ਡਾਇਰੈਕਟਿਵ ਕਾਉਂਸਲਿੰਗ ਦੇ ਉੱਪਰ ਇੱਕ ਕੰਪਲੀਟ ਕੁਐਸਚਨ। ਥੈਂਕਸ ਫॉर ਵਾਚਿੰਗ।